ਲੂਕਾ ਦੀ ਇੰਜੀਲ ਇਹ ਯਿਸੂ ਦੀ ਜ਼ਿੰਦਗੀ ਦੇ ਮੁੱਢਲੇ ਲੇਖਾਂ ਵਿੱਚੋਂ ਇੱਕ ਹੈ ਅਤੇ ਅਸਲ ਵਿੱਚ ਦੋ ਖੰਡਾਂ ਦੇ ਕੰਮ ਦਾ ਇੱਕ ਹਿੱਸਾ ਹੈ। ਲੂਕਾ ਰਸੂਲਾਂ ਦੇ ਕਰਤੱਵ। ਜੇ ਤੁਸੀਂ ਇਹਨਾਂ ਦੋਵਾਂ ਪੁਸਤਕਾਂ ਦੀ ਸ਼ੁਰੂਆਤੀ ਪੰਕਤੀਆਂ ਵਿਚਕਾਰ ਤੁਲਨਾ ਕਰੋ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਦੋਵੇਂ ਇੱਕੋ ਲੇਖਕ ਦੀਆਂ ਪੁਸਤਕਾਂ ਹਨ ਅਤੇ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ ਅੰਦਰੂਨੀ ਸੰਕੇਤਾਂ ਦੇ ਨਾਲ-ਨਾਲ ਇੱਕ ਪ੍ਰਾਚੀਨ ਪਰੰਪਰਾ ਵੀ ਹੈ ਜੋ ਲੂਕਾ ਦੀ ਲੇਖਕ ਵਜੋਂ ਪਛਾਣ ਕਰਾਉਂਦੀ ਹੈ। ਇਹ ਪੌਲੁਸ ਰਸੂਲ ਦਾ ਸਹਿਯਾਤਰੀ ਅਤੇ ਸਹਿਕਰਮੀ ਵੀ ਸੀ, ਜਿਸ ਨੂੰ ਅਸੀਂ ਇੱਕ ਵੈਦ ਵਜੋਂ ਵੀ ਜਾਣਦੇ ਹਾਂ। ਲੂਕਾ ਆਪਣੇ ਲੇਖ ਦੀ ਸ਼ੁਰੂਆਤ ਇਸ ਪ੍ਰਸਤਾਵਨਾ ਨਾਲ ਕਰਦਾ ਹੈ ਕਿ ਉਸਨੇ ਇਹ ਪੁਸਤਕ ਕਿਵੇਂ ਅਤੇ ਕਿਉਂ ਲਿਖੀ। ਉਹ ਇਹ ਵੀ ਮੰਨਦਾ ਹੈ ਕਿ ਯਿਸੂ ਦੀ ਜ਼ਿੰਦਗੀ ਦੇ ਹੋਰ ਵੀ ਕਈ ਵਧੀਆ ਬਿਰਤਾਂਤ ਹਨ, ਪਰ ਉਹ ਜਿੰਨਾ ਹੋ ਸਕੇ ਮੁੱਢਲੇ ਚੇਲਿਆਂ ਦੀ ਅੱਖੀਂ ਦੇਖੀ ਗਵਾਹਾਂ ਦੀ ਪਰੰਪਰਾ ਵੱਲ ਵਾਪਸ ਜਾਣਾ ਚਾਹੁੰਦਾ ਸੀ ਤਾਂ ਕਿ ਉਹ ਅਜਿਹਾ ਲੇਖ ਲਿਖ ਸਕੇ ਜਿਸ ਬਾਰੇ ਉਹ ਕਹਿੰਦਾ ਹੈ ਉਹਨਾਂ ਗੱਲਾਂ ਦਾ ਬਿਰਤਾਂਤ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ। ਹੁਣ ਇਹ ਸ਼ਬਦ ਪੂਰੀਆਂ ਹੋਈਆਂ ਸਾਨੂੰ ਦਰਸਾਉਂਦਾ ਹੈ ਕਿ ਲੂਕਾ ਨੇ ਇਹ ਬਿਰਤਾਂਤ ਕਿਉਂ ਲਿਖਿਆ। ਉਸ ਦੇ ਲਈ ਯਿਸੂ ਦੀ ਕਹਾਣੀ ਸਿਰਫ ਪੁਰਾਤਨ ਇਤਿਹਾਸ ਨਹੀਂ ਹੈ, ਉਹ ਇਹ ਦਿਖਾਉਣਾ ਚਾਹੁੰਦਾ ਹੈ ਕਿ ਪਰਮੇਸ਼ਵਰ ਅਤੇ ਇਸਰਾਇਲ ਦੇ ਨੇਮ ਦੀ ਲੰਬੀ ਕਹਾਣੀ ਕਿਵੇਂ ਪੂਰੀ ਹੋਈ ਅਤੇ ਇਸ ਤੋਂ ਵੀ ਵੱਡੀ ਪਰਮੇਸ਼ਵਰ ਅਤੇ ਸਾਰੇ ਸੰਸਾਰ ਦੀ ਕਹਾਣੀ। ਪੁਸਤਕ ਦੀ ਰਚਨਾ ਬਿਲਕੁਲ ਸਪਸ਼ਟ ਹੈ। ਇੱਥੇ ਇੱਕ ਲੰਮੀ ਜਾਣ ਪਛਾਣ ਹੈ ਜੋ ਯਹੂਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਦੀਆਂ ਕਹਾਣੀਆਂ ਦੀ ਬੁਨਿਆਦ ਰੱਖਦੀ ਹੈ। ਫਿਰ 3 ਤੋਂ 9 ਅਧਿਆਏ ਵਿੱਚ ਲੂਕਾ ਯਿਸੂ ਦੇ ਕੰਮਾਂ ਦਾ ਇੱਕ ਮਜ਼ਬੂਤ ਚਿਤਰਣ ਕਰਦਾ ਹੈ ਜੋ ਉਸਨੇ ਆਪਣੇ ਇਲਾਕੇ ਗਲੀਲ ਵਿੱਚ ਕੀਤੇ। ਇਸ ਤੋਂ ਬਾਅਦ ਪੁਸਤਕ ਦਾ ਵੱਡਾ ਮੱਧ ਭਾਗ ਯਿਸੂ ਦੀ ਯਰੂਸ਼ਲਮ ਦੀ ਲੰਬੀ ਯਾਤਰਾ ਹੈ ਜੋ ਸਾਨੂੰ ਕਹਾਣੀ ਦੇ ਸਿਖਰ ਤੇ ਲੈ ਜਾਂਦੀ ਹੈ। ਯਰੂਸ਼ਲਮ ਵਿੱਚ ਯਿਸੂ ਦਾ ਆਖਰੀ ਹਫ਼ਤਾ, ਉਸ ਦੀ ਮੌਤ ਅਤੇ ਜੀ ਉੱਠਣਾ ਜੋ ਬਾਅਦ ਵਿੱਚ ਰਸੂਲਾਂ ਦੇ ਕਰਤੱਵ ਦੀ ਪੁਸਤਕ ਵੱਲ ਲੈ ਜਾਂਦਾ ਹੈ। ਇਸ ਵੀਡੀਓ ਵਿੱਚ ਅਸੀਂ ਸਿਰਫ ਲੂਕਾ ਦੀ ਖੁਸ਼ਖਬਰੀ ਦੇ ਪਹਿਲੇ ਅੱਧ ਤੇ ਧਿਆਨ ਕੇਂਦਰਿਤ ਕਰਨ ਜਾ ਰਹੇ ਹਾਂ। ਵਿਸਤਾਰਪੂਰਵਕ ਜਾਣ ਪਛਾਣ ਸਾਨੂੰ ਯਹੂਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਦੇ ਜਨਮ ਦੀਆਂ ਕਹਾਣੀਆਂ ਬਾਰੇ ਦੱਸਦਾ ਹੈ। ਉੱਥੇ ਜਾਜਕ ਜ਼ਕਰੀਆ ਅਤੇ ਐਲਿਜ਼ਬeth ਨਾਮੇ ਵਿਅਕਤੀਆਂ ਦਾ ਬਜ਼ੁਰਗ ਜੋੜਾ ਹੈ ਅਤੇ ਫਿਰ ਇੱਕ ਜਵਾਨ ਕੁਆਰੀ ਮਰੀਅਮ ਅਤੇ ਯੂਸਫ ਹੈ। ਉਹਨਾਂ ਦੋਵਾਂ ਨੂੰ ਇੱਕ ਅਜੀਬ ਇਲਾਹੀ ਵਾਅਦਾ ਪ੍ਰਾਪਤ ਹੋਇਆ ਕਿ ਉਹਨਾਂ ਤੇ ਇੱਕ ਪੁੱਤਰ ਹੋਵੇਗਾ। ਦੋਵੇਂ ਵਾਅਦੇ ਪੂਰੇ ਹੋਏ। ਇਸ ਨਾਲ ਯਹੂਨਾ ਅਤੇ ਫਿਰ ਯਿਸੂ ਪੈਦਾ ਹੋਏ। ਦੋਵੇਂ ਮਾਪਿਆਂ ਨੇ ਜਸ਼ਨ ਦੇ ਕਾਵ ਗੀਤ ਗਾਏ। ਹੁਣ ਇਹ ਕਾਵ ਗੀਤ ਪੁਰਾਣੇ ਨੇਮ ਦੇ ਜ਼ਬੂਰਾਂ ਅਤੇ ਨਬੀਆਂ ਦੀਆਂ ਗੱਲਾਂ ਨਾਲ ਭਰੇ ਹੋਏ ਹਨ ਜੋ ਇਹ ਦਰਸਾਉਂਦੇ ਹਨ ਕਿ ਇਹ ਬਾਲਕ ਕਿਵੇਂ ਪਰਮੇਸ਼ਵਰ ਦੇ ਪ੍ਰਾਚੀਨ ਵਾਅਦੇ ਪੂਰੇ ਕਰੇਗਾ। ਪਰ ਇਹ ਕਵਿਤਾਵਾਂ ਸਾਨੂੰ ਦੱਸਦੀਆਂ ਹਨ ਕਿ ਅੱਗੇ ਕਹਾਣੀ ਵਿੱਚ ਇਹਨਾਂ ਬਾਲਕਾਂ ਦੀ ਕੀ ਭੂਮਿਕਾ ਹੋਵੇਗੀ। ਯਹੂਨਾ ਉਹ ਨਬੀ ਦੂਤ ਸੀ ਜਿਸ ਬਾਰੇ ਤੋਰਾ ਅਤੇ ਨਬੀਆਂ ਨੇ ਪਹਿਲਾਂ ਤੋਂ ਹੀ ਦੱਸਿਆ ਸੀ ਜੋ ਇਸਰਾਇਲ ਨੂੰ ਉਹਨਾਂ ਦੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਕਰੇਗਾ। ਅਤੇ ਯਿਸੂ ਹੀ ਮਸੀਹ ਰਾਜਾ ਹੈ ਜਿਸ ਦਾ ਦਾਊਦ ਨਾਲ ਵਾਅਦਾ ਕੀਤਾ ਸੀ ਜੋ ਇਸਰਾਇਲ ਉਤੇ ਪਰਮੇਸ਼ਵਰ ਅਤੇ ਕੌਮਾਂ ਲਈ ਪਰਮੇਸ਼ਵਰ ਦੀ ਬਰਕਤ ਲਿਆਉਣ ਜਾ ਰਿਹਾ ਹੈ ਜਿਵੇਂ ਉਸਨੇ ਅਬਰਾਹਮ ਨਾਲ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਮਰੀਅਮ ਯਿਸੂ ਨੂੰ ਸਮਰਪਣ ਲਈ ਯਰੂਸ਼ਲਮ ਦੀ ਹੈਕਲ ਵਿੱਚ ਲੈ ਗਈ ਅਤੇ ਦੋ ਬਜ਼ੁਰਗ ਨਬੀ ਆਨਾ ਅਤੇ ਸਿਮੋਨ ਯਿਸੂ ਨੂੰ ਵੇਖਦੇ ਅਤੇ ਪਛਾਣਦੇ ਹਨ ਕਿ ਉਹ ਕੌਣ ਹੈ। ਯਸ਼ਾਇਆ ਨਬੀ ਦੀ ਕਵਿਤਾ ਤੋਂ ਪ੍ਰੇਰਿਤ ਹੋ ਕੇ ਸਿਮੋਨ ਆਪਣਾ ਗੀਤ ਗਾਉਂਦਾ ਹੈ। ਉਹ ਆਖਦਾ ਹੈ ਇਹ ਬਾਲਕ ਇਸਰਾਇਲ ਲਈ ਪਰਮੇਸ਼ਵਰ ਦੀ ਮੁਕਤੀ ਹੈ ਅਤੇ ਉਹ ਕੌਮਾਂ ਲਈ ਇੱਕ ਚਾਨਣ ਬਣ ਜਾਵੇਗਾ। ਇਹਨਾਂ ਸਾਰੀਆਂ ਉਮੀਦਾਂ ਦੇ ਨਾਲ ਕਹਾਣੀ ਅਗਲੇ ਮੁੱਖ ਭਾਗ ਵਿੱਚ ਅੱਗੇ ਵਧਦੀ ਹੈ ਜਿੱਥੇ ਲੂਕਾ ਯਿਸੂ ਅਤੇ ਉਸ ਦੇ ਮਿਸ਼ਨ ਨੂੰ ਪੇਸ਼ ਕਰਦਾ ਹੈ। ਉਹ ਯਰਦਨ ਨਦੀ ਵਿਖੇ ਯਹੂਨਾ ਦੇ ਮਨ ਫਿਰਾਓ ਦੀ ਮੁਹਿੰਮ ਨਾਲ ਮੰਚ ਤਿਆਰ ਕਰਦਾ ਹੈ ਜਿੱਥੇ ਉਹ ਇਸਰਾਇਲ ਨੂੰ ਬਪਤਿਸਮੇ ਦੁਆਰਾ ਨਵੇਂ ਜੀਵਨ ਦੀ ਹੋਂਦ ਵਿੱਚ ਆਉਣ ਲਈ ਬੁਲਾ ਰਿਹਾ ਹੈ। ਉਹ ਪਰਮੇਸ਼ਵਰ ਦੇ ਰਾਜ ਦੇ ਆਉਣ ਲਈ ਤਿਆਰੀ ਕਰ ਰਿਹਾ ਹੈ ਅਤੇ ਫਿਰ ਯਿਸੂ ਇਸ ਨਵੇਂ ਇਸਰਾਇਲ ਦੇ ਆਗੂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਅਤੇ ਉਸ ਦੀ ਪ੍ਰਮਾਣਿਕਤਾ ਆਤਮਾ ਅਤੇ ਪਰਮੇਸ਼ਵਰ ਦੀ ਆਵਾਜ਼ ਦੁਆਰਾ ਕੀਤੀ ਗਈ। ਉਹ ਪਰਮੇਸ਼ਵਰ ਦਾ ਪਿਆਰਾ ਪੁੱਤਰ ਹੈ। ਇਸ ਤੋਂ ਬਾਅਦ ਲੂਕਾ ਇੱਕ ਵੰਸ਼ਾਵਲੀ ਦਿੰਦਾ ਹੈ ਅਤੇ ਇਹ ਯਿਸੂ ਨੂੰ ਦਾਊਦ ਦੀ ਪੀੜ੍ਹੀ ਤੋਂ ਅਤੇ ਅਬਰਾਹਮ ਦੀ ਵੰਸ਼ ਤੋਂ ਦਰਸਾਉਂਦੀ ਹੈ ਜੋ ਵਾਪਸ ਉਤਪਤੀ ਪੁਸਤਕ ਵਿੱਚ ਆਦਮ ਦੀ ਪੀੜ੍ਹੀ ਵੱਲ ਲੈ ਜਾਂਦੀ ਹੈ। ਲੂਕਾ ਇੱਥੇ ਦਾਅਵਾ ਕਰ ਰਿਹਾ ਹੈ ਕਿ ਯਿਸੂ ਹੀ ਇਸਰਾਇਲ ਦਾ ਮਸੀਹੀ ਰਾਜਾ ਹੈ ਜੋ ਪਰਮੇਸ਼ਵਰ ਦੀ ਅਸੀਸ ਲਿਆਵੇਗਾ, ਪਰ ਇਹ ਕੇਵਲ ਅਬਰਾਹਮ ਦੇ ਪਰਿਵਾਰ ਇਸਰਾਇਲ ਲਈ ਹੀ ਨਹੀਂ ਹੋਵੇਗਾ। ਇੱਥੇ ਉਹ ਆਦਮ ਦੇ ਸਾਰੇ ਪੁੱਤਰਾਂ ਲਈ ਭਾਵ ਸਾਰੀ ਮਨੁੱਖਤਾ ਲਈ ਹੈ। ਇਸ ਤੋਂ ਬਾਅਦ ਲੂਕਾ ਨੇ ਰਣਨੀਤਿਕ ਢੰਗ ਨਾਲ ਯਿਸੂ ਦੇ ਆਪਣੇ ਸ਼ਹਿਰ ਨਾਸਰਤ ਜਾਣ ਦੀ ਕਹਾਣੀ ਪੇਸ਼ ਕੀਤੀ ਜਿੱਥੇ ਉਹ ਆਪਣੀ ਸੇਵਕਾਈ ਆਰੰਭ ਕਰਦਾ ਹੈ। ਯਿਸੂ ਇੱਕ ਯਹੂਦੀ ਅਰਾਧਨਾ ਘਰ ਦੇ ਇਕੱਠ ਵਿੱਚ ਖੜਾ ਹੋ ਕੇ ਯਸ਼ਾਇਆ ਦੀ ਪੋਥੀ ਤੋਂ ਇਹ ਆਖਦਿਆਂ ਪੜ੍ਹਦਾ ਹੈ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਕਿ ਗਰੀਬਾਂ ਨੂੰ ਖੁਸ਼ਖਬਰੀ ਅਤੇ ਬੰਧੂਆਂ ਨੂੰ ਛੁਟਕਾਰੇ ਦਾ ਪ੍ਰਚਾਰ ਸੁਣਾਵਾਂ, ਅੰਨ੍ਹਿਆਂ ਨੂੰ ਵੇਖਣ ਅਤੇ ਦੱਬੇ ਕੁਚਲਿਆਂ ਲਈ ਆਜ਼ਾਦੀ। ਹੁਣ ਹੋਰਨਾਂ ਅੰਜੀਲਾਂ ਦੇ ਨਾਲ ਯਿਸੂ ਨੂੰ ਇੱਥੇ ਇੱਕ ਮਸੀਹ ਰਾਜਾ ਵਜੋਂ ਪੇਸ਼ ਕੀਤਾ ਗਿਆ ਹੈ ਜੋ ਪਰਮੇਸ਼ਵਰ ਦੇ ਰਾਜ ਦੀ ਖੁਸ਼ਖਬਰੀ ਲਿਆਉਂਦਾ ਹੈ। ਪਰ ਇੱਥੇ ਲੂਕਾ ਵਿਲੱਖਣਤਾ ਨਾਲ ਯਿਸੂ ਦੇ ਮਿਸ਼ਨ ਦੇ ਸਮਾਜਿਕ ਪ੍ਰਭਾਵ ਨੂੰ ਉਜਾਗਰ ਕਰਦਾ ਹੈ। ਉਹ ਆਜ਼ਾਦੀ ਲਿਆਉਂਦਾ ਹੈ ਜਿਸ ਦਾ ਯੂਨਾਨੀ ਸ਼ਬਦ ਅਫੇਸਿਸ ਹੈ। ਇਸ ਦਾ ਸ਼ਾਬਦਿਕ ਅਰਥ ਹੈ ਰਿਹਾਈ ਅਤੇ ਇਹ ਯੁਬਲੀ ਵਰੇ ਦੀ ਪ੍ਰਾਚੀਨ ਯਹੂਦੀ ਰੀਤੀ ਦਾ ਹਵਾਲਾ ਦਿੰਦਾ ਹੈ
ਜਿਸ ਦਾ ਲੇਵੀਆਂ 5 ਵਿੱਚ ਵਰਣਨ ਕੀਤਾ ਗਿਆ ਹੈ। ਇਹ ਉਦੋਂ ਹੋਇਆ ਜਦੋਂ ਸਾਰੇ ਇਸਰਾਇਲੀ ਗੁਲਾਮਾਂ ਨੂੰ ਰਿਹਾ ਕੀਤਾ ਗਿਆ, ਜਦੋਂ ਲੋਕਾਂ ਦੇ ਕਰਜ਼ੇ ਰੱਦ ਕੀਤੇ ਗਏ, ਜਦੋਂ ਵੇਚੀ ਗਈ ਜ਼ਮੀਨ ਪਰਿਵਾਰਾਂ ਨੂੰ ਵਾਪਸ ਕਰ ਦਿੱਤੀ ਜਾਂਦੀ ਸੀ। ਇਹ ਸਭ ਪਰਮੇਸ਼ਵਰ ਦੇ ਛੁਟਕਾਰਾ ਦੇਣ ਵਾਲੇ ਨਿਆਂ ਅਤੇ ਦਇਆ ਦੀ ਪ੍ਰਤੀਕ ਹੈ। ਅਤੇ ਫਿਰ ਯਿਸੂ ਆਖਦਾ ਹੈ ਕਿ ਛੁਟਕਾਰੇ ਦੀ ਇਹ ਖੁਸ਼ਖਬਰੀ ਖਾਸ ਕਰ ਗਰੀਬਾਂ ਲਈ ਹੈ। ਹੁਣ ਪੁਰਾਣੇ ਨੇਮ ਵਿੱਚ ਗਰੀਬ ਜਾਂ ਇਬਰਾਨੀ ਭਾਸ਼ਾ ਵਿੱਚ ਐਨੀ ਦਾ ਇੱਕ ਵਿਸਤ੍ਰਿਤ ਅਰਥ ਹੈ। ਇਹ ਸਿਰਫ ਉਹਨਾਂ ਬਾਰੇ ਨਹੀਂ ਹੈ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਨਹੀਂ। ਇਹ ਉਹਨਾਂ ਦੇ ਸੱਭਿਆਚਾਰ ਵਿੱਚ ਨੀਵੇਂ ਸਮਾਜਿਕ ਰੁਤਬੇ ਵਾਲੇ ਲੋਕਾਂ ਨੂੰ ਵੀ ਦਰਸਾਉਂਦਾ ਹੈ, ਜਿਵੇਂ ਅਪਾਹਜ ਲੋਕ ਜਾਂ ਔਰਤਾਂ, ਬੱਚੇ ਅਤੇ ਬਜ਼ੁਰਗ। ਇਸ ਵਿੱਚ ਸਮਾਜ ਦੇ ਤਿਆਗੇ ਹੋਏ ਲੋਕ ਵੀ ਸ਼ਾਮਿਲ ਹੋ ਸਕਦੇ ਹਨ, ਜਿਵੇਂ ਕਿ ਗੈਰ ਜਾਤੀ ਸਮੂਹਾਂ ਦੇ ਲੋਕ ਜਾਂ ਉਹ ਲੋਕ ਜਿਨ੍ਹਾਂ ਦੀ ਜ਼ਿੰਦਗੀ ਦੇ ਬੁਰੇ ਵਿਕਲਪ ਨੇ ਉਹਨਾਂ ਨੂੰ ਸਵੀਕ੍ਰਿਤ ਧਾਰਮਿਕ ਦਾਇਰੇ ਤੋਂ ਬਾਹਰ ਰੱਖਿਆ ਹੈ। ਅਤੇ ਯਿਸੂ ਆਖਦਾ ਹੈ ਕਿ ਪਰਮੇਸ਼ਵਰ ਦਾ ਰਾਜ ਖਾਸ ਤੌਰ ਤੇ ਇਹਨਾਂ ਲੋਕਾਂ ਲਈ ਖੁਸ਼ਖਬਰੀ ਹੈ। ਇਸ ਤੋਂ ਬਾਅਦ ਲੂਕਾ ਤੁਰੰਤ ਕਹਾਣੀਆਂ ਦਾ ਇੱਕ ਵੱਡਾ ਸਮੂਹ ਸਾਡੇ ਸਾਹਮਣੇ ਰੱਖਦਾ ਹੈ। ਇਹ ਦਰਸਾਉਂਦਾ ਹੈ ਕਿ ਯਿਸੂ ਦੀ ਗਰੀਬਾਂ ਲਈ ਖੁਸ਼ਖਬਰੀ ਕੀ ਹੈ। ਇਸ ਵਿੱਚ ਬਿਮਾਰੀ ਦੇ ਬਿਸਤਰ ਤੇ ਔਰਤ ਜਾਂ ਇੱਕ ਮਨੁੱਖ ਜਿਸ ਨੂੰ ਚਮੜੀ ਦਾ ਰੋਗ ਹੈ ਜਾਂ ਅਧਰੰਗ ਵਾਲਾ ਵਿਅਕਤੀ ਸ਼ਾਮਲ ਹੈ। ਇੱਥੇ ਕਹਾਣੀਆਂ ਵੀ ਹਨ ਕਿ ਯਿਸੂ ਨੇ ਆਪਣੇ ਸਮਾਜ ਵਿੱਚ ਲੇਵੀ ਵਰਗੇ ਚੁੰਗੀ ਲੈਣ ਵਾਲੇ ਦਾ ਸਵਾਗਤ ਕੀਤਾ, ਜੋ ਆਰਥਿਕ ਤੌਰ ਤੇ ਗਰੀਬ ਨਹੀਂ ਹੈ ਪਰ ਉਹ ਸਮਾਜਿਕ ਤੌਰ ਤੇ ਅਸਵੀਕ੍ਰਿਤ ਹੈ। ਇੱਥੇ ਯਿਸੂ ਦੁਆਰਾ ਇੱਕ ਵੇਸਵਾ ਨੂੰ ਮਾਫ ਕਰਨ ਬਾਰੇ ਇੱਕ ਕਹਾਣੀ ਹੈ। ਲੂਕਾ ਸਾਨੂੰ ਦਰਸਾ ਰਿਹਾ ਹੈ ਕਿ ਕਿਵੇਂ ਯਿਸੂ ਦਾ ਰਾਜ ਲੋਕਾਂ ਦੇ ਹਾਲਾਤਾਂ ਅਤੇ ਜੀਵਨਾਂ ਵਿੱਚ ਬਦਲਾਵ ਅਤੇ ਬਹਾਲੀ ਲਿਆਉਂਦਾ ਹੈ। ਉਹ ਉਹਨਾਂ ਲੋਕਾਂ ਦੇ ਦਾਇਰੇ ਵਧਾ ਰਿਹਾ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਰਾਜ ਦੀ ਚੰਗਾ ਕਰਨ ਦੀ ਸ਼ਕਤੀ ਨੂੰ ਅਨੁਭਵ ਕਰਨ ਲਈ ਸੱਦਾ ਦਿੱਤਾ ਗਿਆ ਹੈ। ਅਤੇ ਜਿਵੇਂ ਯਿਸੂ ਦੇ ਕੰਮ ਇੱਕ ਵਿਸ਼ਾਲ ਭੀੜ ਨੂੰ ਆਕਰਸ਼ਿਤ ਕਰਦੇ ਹਨ, ਉਹ ਹੋਰ ਵੀ ਉਕਸਾਉਣ ਵਾਲਾ ਕੰਮ ਕਰਦਾ ਹੈ। ਉਹ ਇਹਨਾਂ ਲੋਕਾਂ ਨੂੰ ਇਸਰਾਇਲ ਦੇ 12 ਗੋਤਾਂ ਦੇ ਆਗੂਆਂ ਦੀ ਤਰ੍ਹਾਂ 12 ਚੇਲੇ ਨਿਯੁਕਤ ਕਰਕੇ ਇਹਨਾਂ ਲੋਕਾਂ ਦੁਆਰਾ ਇੱਕ ਨਵੇਂ ਇਸਰਾਇਲ ਦਾ ਨਿਰਮਾਣ ਕਰਦਾ ਹੈ। ਅਤੇ ਫਿਰ ਯਿਸੂ ਆਪਣੇ ਉਥਲ-ਪੁਥਲ ਵਾਲੇ ਰਾਜ ਦਾ ਘੋਸ਼ਣਾ ਪੱਤਰ ਸਿਖਾਉਂਦਾ ਹੈ, ਜਾਂ ਜਿਸ ਨੂੰ ਲੂਕਾ ਮੈਦਾਨੀ ਉਪਦੇਸ਼ ਆਖਦਾ ਹੈ। ਉਹ ਕਹਿੰਦਾ ਹੈ ਕਿ ਪਰਦੇਸੀ ਅਤੇ ਗਰੀਬਾਂ ਲਈ ਪਰਮੇਸ਼ਵਰ ਦੇ ਪਿਆਰ ਦਾ ਅਰਥ ਇਹ ਹੈ ਕਿ ਉਹ ਸਾਡੇ ਵਿਵਹਾਰਿਕ ਜੀਵਨ ਵਿੱਚ ਬਦਲਾਵ ਲਿਆਉਂਦਾ ਹੈ। ਉਹ ਇੱਥੇ ਪਰਮੇਸ਼ਵਰ ਦੀ ਨਵੀਂ ਪਰਜਾ ਦਾ ਵਿਕਲਪ ਨਿਰਮਾਣ ਕਰਨ ਆਇਆ ਹੈ, ਜੋ ਖੁੱਲੇ ਦਿਲ ਨਾਲ ਗਰੀਬਾਂ ਦੀ ਸੇਵਾ ਕਰਕੇ ਯਿਸੂ ਦੇ ਸੱਦੇ ਦਾ ਜਵਾਬ ਦੇਣ। ਉਹ ਲੋਕ ਜੋ ਸੇਵਾ ਕਰਦੇ ਹੋਏ ਅਤੇ ਮੇਲ ਮਿਲਾਪ ਦੁਆਰਾ, ਮਾਫੀ ਦੁਆਰਾ ਅਗਵਾਈ ਕਰ ਰਹੇ ਹਨ। ਉਹ ਲੋਕ ਜੋ ਬਹੁਤ ਖਰੇ ਹਨ ਪਰ ਜੋ ਧਾਰਮਿਕ ਪਖੰਡ ਨੂੰ ਰੱਦ ਕਰਦੇ ਹਨ। ਯਿਸੂ ਦੇ ਰਾਜ ਦੇ ਦਰਸ਼ਨ ਵਿੱਚ ਈਸ਼ਵਰੀ ਅਧਿਕਾਰ ਲਈ ਉਸ ਦਾ ਦਾਅਵਾ ਇਸਰਾਇਲ ਦੇ ਧਾਰਮਿਕ ਨੇਤਾਵਾਂ ਦੁਆਰਾ ਵਿਰੋਧ ਅਤੇ ਵਿਵਾਦ ਪੈਦਾ ਕਰਨਾ ਸ਼ੁਰੂ ਕਰਦਾ ਹੈ। ਸਮਾਜ ਦੇ ਤਿਸਕਾਰੇ ਲੋਕਾਂ ਪ੍ਰਤੀ ਉਸ ਦੀ ਪਹੁੰਚ ਉਹਨਾਂ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਉਹਨਾਂ ਦੀ ਸਮਾਜਿਕ ਸਥਿਰਤਾ ਦੀ ਭਾਵਨਾ ਲਈ ਖਤਰਾ ਹੈ। ਇਸ ਲਈ ਉਹ ਯਿਸੂ ਤੇ ਦੋਸ਼ ਲਗਾਉਂਦੇ ਹਨ ਕਿ ਉਹ ਪਰਮੇਸ਼ਵਰ ਦੇ ਵਿਰੁੱਧ ਕੁਫਰ ਬੋਲਦਾ ਹੈ ਅਤੇ ਪਾਪੀਆਂ ਨਾਲ ਖਾਂਦਾ ਪੀਂਦਾ ਹੈ। ਅਤੇ ਇਸ ਲਈ ਇਹ ਭਾਗ ਉਸ ਦੇ ਚੇਲਿਆਂ ਪ੍ਰਤੀ ਯਿਸੂ ਦੇ ਮਿਸ਼ਨ ਦੇ ਇੱਕ ਨਵੇਂ ਪ੍ਰਕਾਸ਼ਨ ਦੀ ਉਚਾਈ ਵੱਲ ਲੈ ਜਾਂਦਾ ਹੈ। ਉਹ ਆਖਦਾ ਹੈ ਕਿ ਹਾਂ, ਉਹੀ ਮਸੀਹ ਰਾਜਾ ਹੈ ਅਤੇ ਉਹ ਯਰੂਸ਼ਲਮ ਵਿੱਚ ਮਰ ਕੇ ਇਸਰਾਇਲ ਉੱਤੇ ਆਪਣਾ ਰਾਜ ਕਾਇਮ ਕਰਨ ਜਾ ਰਿਹਾ ਹੈ। ਯਸ਼ਾਇਆ 53 ਅਨੁਸਾਰ ਦੁੱਖ ਉਠਾਉਣ ਵਾਲਾ ਦਾਸ ਰਾਜਾ ਬਣ ਕੇ ਜੋ ਇਸਰਾਇਲ ਦੇ ਪਾਪਾਂ ਲਈ ਕੁਰਬਾਨ ਹੋਵੇਗਾ। ਅਤੇ ਫਿਰ ਇਹ ਹੈਰਾਨ ਕਰਨ ਵਾਲਾ ਵਿਚਾਰ ਅਗਲੀ ਕਹਾਣੀ ਵਿੱਚ ਦੱਸਿਆ ਜਾਂਦਾ ਹੈ, ਜਦ ਯਿਸੂ ਆਪਣੇ 3 ਚੇਲਿਆਂ ਨਾਲ ਇੱਕ ਪਹਾੜ ਉੱਤੇ ਜਾਂਦਾ ਹੈ ਅਤੇ ਅਚਾਨਕ ਉਹਨਾਂ ਦੇ ਸਾਹਮਣੇ ਉਸ ਦਾ ਰੂਪ ਬਦਲ ਜਾਂਦਾ ਹੈ। ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਬੱਦਲ ਨਾਲ ਢੱਕੇ ਗਏ, ਜੋ ਆਖਦਾ ਹੈ, ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ। ਅਤੇ ਮੂਸਾ ਅਤੇ ਏਲੀਆ ਉੱਥੇ ਹਨ, 2 ਨਬੀ ਜਿਨ੍ਹਾਂ ਨੇ ਇੱਕ ਪਹਾੜ ਤੇ ਪਰਮੇਸ਼ਵਰ ਦੀ ਮੌਜੂਦਗੀ ਨੂੰ ਦੇਖਿਆ ਅਤੇ ਉਸ ਦੀ ਆਵਾਜ਼ ਨੂੰ ਸੁਣਿਆ ਸੀ। ਅਤੇ ਲੂਕਾ ਸਾਨੂੰ ਦੱਸਦਾ ਹੈ ਕਿ ਉਹ ਯਿਸੂ ਦੇ ਕੂਚ ਬਾਰੇ ਇਕੱਠੇ ਗੱਲਾਂ ਕਰ ਰਹੇ ਸਨ, ਜੋ ਯਰੂਸ਼ਲਮ ਵਿੱਚ ਪੂਰਾ ਕਰਨ ਵਾਲਾ ਸੀ। ਹੁਣ ਯੂਨਾਨੀ ਸ਼ਬਦ ਕੂਚ ਦੀ ਕਹਾਣੀ ਦਾ ਇੱਕ ਸਪਸ਼ਟ ਹਵਾਲਾ ਹੈ। ਲੂਕਾ ਇੱਥੇ ਯਿਸੂ ਨੂੰ ਇੱਕ ਨਵੇਂ ਮੂਸਾ ਦੇ ਰੂਪ ਵਿੱਚ ਦਰਸਾ ਰਿਹਾ ਹੈ, ਜੋ ਉਸ ਦੇ ਨਵੇਂ ਇਸਰਾਇਲ ਦੀ ਆਜ਼ਾਦੀ ਵੱਲ ਅਗਵਾਈ ਕਰੇਗਾ ਅਤੇ ਪੂਰੀ ਤਰ੍ਹਾਂ ਸਭ ਪ੍ਰਕਾਰ ਦੀ ਨਿੱਜੀ, ਆਤਮਿਕ ਅਤੇ ਸਮਾਜਿਕ ਪਾਪ ਅਤੇ ਬੁਰਾਈ ਦੇ ਜ਼ੁਲਮ ਤੋਂ ਛੁਟਕਾਰਾ ਦੇਵੇਗਾ। ਅਤੇ ਸਾਨੂੰ ਪੁਸਤਕ ਦੇ ਦੂਜੇ ਅੱਧ ਵੱਲ ਲੈ ਜਾਵੇਗਾ। ਪਰ ਹੁਣ ਲਈ ਇਹੀ ਲੂਕਾ ਦੀ ਇੰਜੀਲ ਦਾ ਪਹਿਲਾ ਅੱਧ ਭਾਗ ਹੈ।